ਉਹਦੇ ਲਈ ਫਿਰ ਪਰਮਾਤਮਾ ਅੱਗੇ ਸਭ ਤੋਂ ਵੱਡਾ ਕਾਰਨ ਇਹ ਹੈ, ਬਾਣੀ ਦਾ ਆਸਰਾ, ਨਾਮ ਦਾ ਅਰਦਾਸ ਬੇਨਤੀ ਕੀਤੀ ਜਾਏ। ਆਪ ਨਗਰ ਨਿਵਾਸੀਆਂ ਨੇ ਉਦਮ ਪ੍ਰਸ਼ਾਰਤ ਕੀਤਾ, ਬਾਬਾ ਜੀ ਨੂੰ ਨਾਲ ਲੈ ਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਪਹੁੰਚੇ। ਇਹ ਸਾਰਾ ਸਮਾਗਮ ਬਾਰੇ ਵਿਚਾਰ ਹੋਈ ਕਿ ਆਪਣੇ ਕੋ ਵੱਡਾ ਸਾਧਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਆਸਰਾ ਹੈ। ਇਹ ਸਤਸੰਗੀਓ ਕਿ ਵਿਧੀ ਪੂਰਵਕ ਅਖੰਡ ਜਾਪ ਕੀਤਾ ਜਾਏ। ਪਾਠੀ ਦਾ ਲਾਹਾ ਲੈ ਲੈਂਦੇ ਹੈ, ਜਿਹੜੇ ਪਾਠ ਨਹੀਂ ਕਰ ਸਕਦੇ ਉਹਨਾਂ ਦਾ ਵੀ ਭਲਾ ਹੋ ਜਾਏ ਤੇ ਉਹ ਸ੍ਰੀ ਜਪਜੀ ਸਾਹਿਬ ਪੜ੍ਹ ਲੈਣ। ਜਿਹੜੇ ਬਿਲਕੁਲ ਗੂਠਾ ਛਾਪਿਆ ਉਹ ਵੀ ਮੂਲ ਮੰਤਰ ਜਾਂ ਗੁਰੂ ਮੰਤਰ ਦਾ ਜਾਪ ਕਰ ਲੈਣ। ਤੇ ਬਾਕੀ ਇਹ ਜਿਹੜਾ ਸੰਕਟ ਹੈ ਇਹਦੀ ਨਿਵਰਤੀ ਵਾਸਤੇ ਬਾਣੀ ਵਿੱਚ ਬਹੁਤ ਸਾਰੇ ਸ਼ਬਦ ਬਿਮਾਰੀਆਂ ਦੀ ਨਿਵਰਤੀ ਵਾਸਤੇ ਵੀ ਦੱਸੇ ਹੈ, ਸੰਕਟ ਵਾਸਤੇ ਵੀ, ਸੁਖ ਸ਼ਾਂਤੀ ਲਈ, ਔਰ ਕਾਰੋਬਾਰਾਂ 'ਚ ਵਾਧਾ ਹੋਵੇ, ਫਸਲਵਾੜੀ, ਮਾਲ ਮਨੁੱਖੀ ਸੁੱਖ ਹੋਵੇ, ਕੁੜਮਾਈ, ਵਿਆਹ ਸ਼ਾਦੀਆਂ, ਮਰਨੇ ਧਰਨੇ ਬਾਰੇ ਬਾਣੀ 'ਚ ਨਾ ਵਿਚਾਰੀਏ ਤੇ ਇਹ ਨਹੀਂ, ਵਿਚਾਰ ਕਰੀਏ। ਹਰ ਪੱਖ ਤੋਂ ਹੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ। ਸੋ ਮਹਾਰਾਜ ਦਾ ਆਸਰਾ ਲਿਆ। ਇਸ ਨਗਰ ਵਿੱਚ ਸੰਤ ਗਿਆਨੀ ਕਰਮ ਸਿੰਘ ਜੀ ਸਿੱਧਸਰ ਭਿੱਖੀ ਵਾਲੇ, ਜੋ ਸ਼੍ਰੀਮਾਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੀ, ਇਸ ਇਲਾਕੇ 'ਚ ਆਏ। ਤੁਸੀਂ ਉਹਨਾਂ ਨੂੰ ਪਿਆਰ ਦਿੱਤਾ ਤੇ ਮਹਾਂਪੁਰਖਾਂ ਨੇ ਇੱਧਰ ਕੁਝ ਅਸਥਾਨ ਕਾਇਮ ਕਰਕੇ ਕਥਾ ਕੀਰਤਨ, ਗੁਰੂ ਕਾ ਸੰਗਤ ਪੰਗਤ ਔਰ ਨਾਮ ਬਾਣੀ ਦਾ ਪ੍ਰਵਾਹ ਚਲਾਇਆ। ਤੇ ਸੰਤ ਬਾਬਾ ਬੂਟਾ ਸਿੰਘ ਜੀ ਨੇ ਉਹਨਾਂ ਦੀ ਸੰਗਤ ਕੀਤੀ ਔਰ ਉਹਨਾਂ ਨੇ ਇਹਨਾਂ 'ਤੇ ਬਖਸ਼ਿਸ਼ ਕੀਤੀ। ਇਹਨਾਂ ਨੂੰ ਇੱਥੇ ਸੇਵਾ ਲਾਈ ਕਿ ਆਪ ਸਾਰੇ ਜਾਣਦੇ हैं ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ ਕਿ ਪੰਥ ਨੇ ਇਹਨਾਂ ਦੀਆਂ ਸੇਵਾਵਾਂ 'ਤੇ ਖੁਸ਼ ਹੋ ਕੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹ ਸੀਟ 'ਤੇ ਖੜੇ ਕੀਤਾ। ਇਹਨਾਂ ਨੂੰ ਮਹਾਰਾਜ ਨੇ ਫਤਿਹ ਦਿੱਤੀ। ਫਿਰ ਸੰਸਥਾ ਵੱਲੋਂ ਇਹਨਾਂ ਨੂੰ ਮੀਤ ਪ੍ਰਧਾਨ ਦੀ ਸੇਵਾ ਵੀ ਉਹਨਾਂ ਨੇ ਦਿੱਤੀ ਕਰਦੇ ਆ। ਇਹ ਇਲਾਕੇ ਵਿੱਚ ਕਥਾ ਕੀਰਤਨ, ਅੰਮ੍ਰਿਤ ਸੰਚਾਰ, ਪ੍ਰਚਾਰ ਦੂਰ ਤੱਕ ਜਾ ਕੇ ਸੇਵਾ ਨਿਭਾਉਂਦੇ ਆ। ਇਹਨਾਂ ਨੂੰ ਨਾਲ ਲੈ ਕੇ ਆਪ ਜੀ ਇੱਥੇ ਪਹੁੰਚੇ ਤੇ ਮਹਾਰਾਜ ਨੇ ਕਿਰਪਾ ਕੀਤੀ। ਇਹ ਅਰਦਾਸ ਕੀਤੀ ਵੀ ਜਪ ਜਗ ਕਰੋ। ਤਪ ਜਾਗਿਆ, ਗਿਆਨ ਜਾਗਿਆ, ਤੇ ਲੰਗਰ ਛੇਤਰ ਲਾਉਣਾ ਇਹ ਵੀ ਜਾਗਿਆ। ਪਸ਼ੂਆਂ ਪੰਛੀਆਂ ਦੀ ਸੇਵਾ, ਕਿਉਂਕਿ ਹੈ ਤਾਂ ਸਾਰਿਆਂ 'ਚ ਪਰਮਾਤਮਾ ਦੀ ਸੱਤਾ ਹੀ ਹੈ, ਉਹ ਹੀ ਹੈ ਸਾਰਿਆਂ 'ਚ। ਜਦੋਂ ਆਪਾਂ ਸੇਵਾ ਕਰਦੇ ਹਾਂ ਉਸ ਰੂਹ ਦੀ ਪ੍ਰਸੰਨਤਾ ਮਿਲਦੀ ਹੈ, ਕਹੇ ਨਾ ਕਹੇ ਉਹਦੀ ਆਸ਼ੀਰਵਾਦ ਮਿਲ ਜਾਂਦੀ ਹੈ। ਉਹਦੀ ਆਸ਼ੀਰਵਾਦ ਨਾਲ ਬੰਦੇ ਨੂੰ ਬਹੁਤ ਕੁਝ ਮਿਲ ਜਾਂਦਾ। ਕਹਿੰਦੇ ਜਿਹੜਾ ਸੁਭਤ ਗੀਨ ਸੀ ਉਹ ਜਾ ਰਿਹਾ ਸੀ, ਇੱਕ ਹਰਨੀ ਹੈ, ਗਿਆ ਤਾਂ ਸ਼ਿਕਾਰ ਖਿਲਣੀ ਸੀ। ਜਦੋਂ ਆਪਣੀ ਮੌਤ ਦੀਦੀ ਹੈ ਫਿਰ ਬੰਦਾ ਯਤਨ ਕੋਈ ਨਾ ਕੋਈ ਕਰਦਾ, ਪਸ਼ੂ ਪੰਛੀ ਵੀ ਕਰਦੇ ਆ। ਉਹ ਨਦੀ ਸੀ, ਜਿਲੇ ਉਹਨੂੰ ਛਾਲ ਮਾਰੀ, ਗਰਭਵਤੀ ਸੀ, ਬੱਚਾ ਜਿਹੜਾ ਸੀ ਉਹ ਗਿਰ ਗਿਆ। ਮੋਹ ਤਾਂ ਸੀ, ਪਿੱਛੇ ਮੁੜ ਮੁੜ ਦੇਖੇ, ਉਹ ਪਿੱਛੇ ਆਉਂਦੀ ਸੀ ਤੇ ਮੌਤ ਨਜ਼ਰ ਆ ਰਹੀ।
ਉਵੇਂ ਅੱਖਾਂ ਤੋਂ ਅਥਰੂ ਛੱਡਦੀ ਨਦੀ ਤੋਂ ਪਾਰ ਦੇਖ ਰਹੀ ਹੈ। ਉਹ ਸੁਬਤਗੀ ਨੇ ਦੇਖਿਆ ਤੀਰ ਕਮਾਨ ਤੇ ਤੀਰ ਕੱਸਿਆ ਹੋਇਆ, ਡੋਰੇ ਖਿੱਚਣੀ ਸੀ ਤੇ ਦੇਖ ਰਿਹਾ ਉਹਦੀਆਂ ਅੱਖਾਂ 'ਚੋਂ ਅਥਰੂ। ਇਹ ਬੱਚਾ ਬੜਾ ਮਾਸੂਮ ਹੈ। ਉਹਦੀ ਕਮਾਨ ਢਿੱਲੀ ਹੋ ਗਈ। ਉਹ ਬੱਚੇ ਤੇ ਉਹਨੇ ਦਇਆ ਕੀਤੀ, ਉਹਦੀ ਪਰਵਰਿਸ਼ ਕੀਤੀ। ਆਕਾਸ਼ਬਾਣੀ ਹੋਏ ਸੁਬਤਗੀਨ, ਤੈਂ ਮੇਰੇ ਜੀਵ ਤੇ ਦਇਆ ਕੀਤੀ ਹੈ ਜਾਂ ਦੁਨੀਆ ਦੀ ਤੈਨੂੰ ਬਾਦਸ਼ਾਹੀ ਦਿੱਤੀ। ਗੱਜ ਕੇ ਬੋਲੋ ਕਿਉਂ। ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਰਾਜ ਯੁਧਿਸ਼ਠਿਰ ਦੇ ਮਨ 'ਚ ਬੜੀ ਇੱਛਾ ਹੋਈ ਕਿ ਜਦੋਂ ਅਰਜਨ ਜੀ ਆਉਂਦੇ ਆ, ਕ੍ਰਿਸ਼ਨ ਮਹਾਰਾਜ ਆਓ ਭਗਤ ਜੀ, ਆਓ ਭਗਤ ਜੀ, ਤੇ ਮੈਨੂੰ ਕਦੀ ਮਹਾਰਾਜ ਭਗਤ ਨਹੀਂ ਕਹਿੰਦੇ ਹੈਗੇ। ਬੜੀ ਇੱਛਾ ਬਣੀ ਰਹੀ। ਰਾਜਸੂਏ ਜੱਗ ਕੀਤੇ, ਜਿੱਥੇ ਭਗਤ ਨਾਮਦੇਵ ਜੀ ਦਾ ਡੇਰਾ ਨਾ ਹੋਂਡਾਪੁਰ, ਤੇ ਮਹਾਰਾਜ ਨੇ ਫੇਰ ਦੀ ਆ ਦਿਓਹਰਾ ਪੰਡੀਆਂ ਕੇ ਪਿਛਵਾੜਲਾ ਹਲੇ ਵੀ ਫਿਰਿਆ ਹੋਇਆ। ਉੱਥੇ ਪਹਾੜੀ ਤੇ ਉਹ ਰਾਜਸੂ ਜਾਗੂ ਹੋਇਆ। ਜਿੰਨਾ ਹਾਥੀ ਦਾ ਸੁੰਡਿਆ ਐਨੀ ਘਿਓ ਦੀ ਧਾਰ ਪੈਂਦੀ ਹੁੰਦੀ ਸੀ। ਮਾੜਾ ਥੋੜ੍ਹੀ ਕਰ ਸਕਦਾ, ਇਹ ਤਾਂ ਬੜੇ ਬੜੇ ਰਾਜੇ ਮਹਾਰਾਜ ਕਰ ਸਕਦੇ। ਪੈਰੜੇ ਰਾਜਸੂ ਜੱਗ ਕੀਤੇ ਤੇ ਮਹਾਰਾਜ ਨੇ ਮੈਨੂੰ ਹੋਰ ਤਾਂ ਕਈ ਵਾਰ ਦਿੱਤੇ, ਭਗਤ ਨਹੀਂ ਕਿਹਾ। ਬੜੀ ਇੱਛਾ ਬਣੀ ਰਹੀ। ਇੱਕ ਦਿਨ ਗਏ ਜੰਗਲ 'ਚ, ਇੱਕ ਭੀਲਾਂ ਦੀ ਲੜਕੀ, ਉਹ ਗਰੀਬ ਜੰਗਲ 'ਚੋਂ ਲੱਕੜਾਂ ਕੱਟ ਰਹੀ, ਗਰਭਵਤੀ ਸੀ। ਔੜਾ ਪੈ ਗਿਆ, ਤੜਫ ਰਹੀ ਹੈ। ਮਾਰੇ ਲੰਘੇ, ਰੋਣ ਦੀ ਆਵਾਜ਼ ਆਈ। ਕਹਿਣ ਲੱਗੇ ਦੇਵੀ ਕਿਉਂ ਰੁਦਨ ਕਰਦੇ, ਕੀ ਤਕਲੀਫ ਹੈ? ਕਹਿੰਦੇ ਮਹਾਰਾਜ ਬੀਬੀਆਂ ਵਾਲੀ ਬਿਮਾਰੀ ਹੈ, ਇਸ ਤਰ੍ਹਾਂ ਬੱਚਾ ਪੇਟ ਵਿੱਚ ਉਠਾ ਹੋ ਗਿਆ ਤੇ ਬਹੁਤ ਤਕਲੀਫ ਹੈ, ਇੱਥੇ ਕੋਲ ਕੋਈ ਨਹੀਂ। ਪੁਰਾਣੇ ਸਮੇਂ ਦਾਈਆਂ ਵਗੈਰਾ ਹੁੰਦੀਆਂ ਸੀ, ਅੱਜ ਕੱਲ੍ਹ ਹੌਸਪੀਟਲ ਹੈਗੇ, ਨਰਸਾਂ ਵਗੈਰਾ, ਡਾਕਟਰ। ਮਹਾਰਾਜ ਕਹਿਣ ਲੱਗੇ ਮੈਨੂੰ ਤੂੰ ਇਸਤਰੀ ਸਮਝ ਲਾ। ਉਹਨਾਂ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਨਾ ਤੇ ਬਾਲਕ ਨੂੰ ਜਨਮ ਦਵਾਇਆ। ਆਪਣੀ ਪਾਲਕੀ 'ਚ ਵਹਾ ਕੇ ਉਸ ਦੇਵੀ ਨੂੰ ਔਰ ਬਾਲਕ ਨਵਾਂ ਜੰਮਿਆ ਸੀ ਜਿਹੜਾ, ਉਹਨਾਂ ਦੇ ਘਰ ਛੱਡਿਆ ਤੇ ਸਾਰੀ ਜ਼ਿੰਦਗੀ ਦਾ ਹੀ ਖਰਚ ਦੇ ਦਿੱਤਾ। ਤੇ ਹੁਣ ਦਰ ਵਿਚਾਰੇ ਨਾ ਮੰਗਦੇ ਫਿਰ। ਜਦੋਂ ਇਸ਼ਨਾਨ ਪਾਣੀ ਕਰਕੇ ਬੇਟਾ ਲੈ ਕੇ ਮਹਾਰਾਜ ਦਰਸ਼ਨ ਨੂੰ ਗਏ, ਕ੍ਰਿਸ਼ਨ ਮਹਾਰਾਜ ਜੀ ਆਸਣ ਛੱਡ ਕੇ ਜਿਉਂ ਦੌੜੇ, ਆਓ ਭਗਤ ਜੀ, ਆਓ ਭਗਤ ਜੀ, ਆਓ ਭਗਤ ਜੀ। ਨਮਸਕਾਰ ਕੀਤੀ, ਭੇਟਾ ਰੱਖੀ। ਮਹਾਰਾਜ ਮੈਂ ਬੜੇ ਬੜੇ ਯੱਗ ਕੀਤੇ, ਹੋਰ ਬੜੇ ਪੁੰਨ ਕਰਮ ਤੁਸੀਂ ਕੀਤੇ ਕਰਵਾਏ, ਮੇਰੇ ਮਨ 'ਚ ਬੜੀ ਇੱਛਾ ਸੀ ਮੈਨੂੰ ਭਗਤ ਕਹਿਣ। ਆਪ ਜੀ ਨੇ ਭਗਤ ਸ਼ਬਦ ਨਹੀਂ ਸੀ ਬਖਸ਼ਿਆ। ਅੱਜ ਤਾਂ ਮੈਂ ਕੋਈ ਇਹੋ ਜਿਹਾ ਕਰਮ ਹੀ ਨਹੀਂ ਕੀਤਾ ਕਿ ਤੁਸੀਂ ਮੈਨੂੰ ਅੱਜ ਭਗਤ ਕਿਹਾ। ਮਹਾਰਾਜ ਕਹਿੰਦੇ ਤੂੰ ਜੰਗਲ ਚਲੇ ਗਿਆ ਸੀ, ਉਹ ਭੀਲਾਂ ਦੀ ਲੜਕੀ ਤੋਂ ਬੱਚਾ ਜਨਮ ਦਵਾ ਕੇ ਖਰਚ ਪਾਣੀ ਦੇ ਕੇ ਪ੍ਰਬੰਧ ਕਰਕੇ ਆਇਆ, 2 ਜਾਨਾਂ ਬਚਾ ਕੇ ਆਇਆ, ਤਾਂ ਭਗਤ ਕਿਹਾ। ਇਸ ਕਰਕੇ ਜਿਹੜੀ ਦਇਆ ਹੈ ਧਰਮ ਦੇ 4 ਪੈਰ ਆ, ਤੀਰਥ, ਤਪ, ਦਇਆ, ਦਤ, ਦਾਨ। ਜੇ ਕੋ ਪਾਵੈ ਤਿਲ ਕੰਮ। ਤੀਰਥਾਂ ਦੇ ਜਾਣਨਾ ਵੀ ਸੋਝੀ ਆਉਂਦੀ ਹੈ, ਤਪੱਸਿਆ ਕਰਨੀ, ਗੁਰ ਸੇਵਾ, ਤਪਾਂ ਸਿਰ ਤਪਸਾਰ, ਦਇਆ ਬਾਲਕ ਤੇ ਬੁੱਢੇ ਤੇ ਰੋਗੀ ਤੇ, ਔਰ ਪਿੰਗਲੇ ਆ, ਲੰਗੜੇ ਲੂਲੇ, ਅਪਾਹਜ ਆ, ਔਰ ਲੋੜਕਾਰ ਨੂੰ ਦਾਨ ਦੇਣਾ। ਇਹ ਧਰਮ ਦੇ 4 ਪੈਰ ਹੈ। ਇਹਨਾਂ ਦੇ ਆਸਰੇ ਧਰਮ ਜਿਹੜਾ ਖੜਾ। ਹੁਣ ਆਪ ਸਾਰਿਆਂ ਨੇ ਉਦਮ ਕੀਤਾ, ਜਪ ਜਗ ਹੋਇਆ, ਲੰਗਰ ਚੱਲਿਆ, ਗਰੀਬ ਗੁਰਬੇ ਨੇ ਭੋਜਨ ਪਾਣੀ ਪਾਇਆ, ਪਸ਼ੂ ਪੰਛੀਆਂ ਵਾਸਤੇ ਵੀ ਉਦਮ ਪੁਰਸ਼ਾਰਥ ਕੀਤਾ। ਪਾਠੀ ਸਿੰਘਾਂ ਨੇ 3 ਦਿਨ ਤੋਂ
डट के सारिਆਂ ने सेवा निभाई है और नगर ने समुचे रूप सेवा की है। आपो अपने घरां च कोई समागम होवे ते आपां वध तों वध रिश्तेदार सद लांगे। हुण ये संकट सर्व व्यापी सी, ਉਹਨੂੰ ਮੁੱਖ ਰੱਖ के सारे नगर वालियां ने माई पाई, किसी ने कोई भेदभाव नहीं रखा और कोई ये नहीं कि साड़ी पत्ती का साढ़े ठोले का, समुचे रूप दे विच ये सारी सेवा हुई है। सेवा तो महाराज की प्रसन्नता मिलती है, संगत की प्रसन्नता मिलती है। वो जी गुरु महाराज की खुशी है, ਉਹਦੇ ਨਾਲ फिर ਜਿਹੜੇ दुख आ दलिद्र आ ये सारे ਜਿਹੜੇ ਆ दूर हो जाते हैं। सारे कोटां नूं कोट गुरु महाराज का धन्नवाद करिए कि सच्चे पातशाह आप जी ने बहुत मेहर की, किरपा की साढ़े सारिਆਂ ਦੇ ਉੱਤੇ सानू ये शुभ समा बख्शिया, क्योंकि बचन विच बहुत बड़ी बरकत होंदी है। हुण देखो भाई लैणा धन गुरु अंगद साहब ने बचन कमाया, दूजे गुरु साहब गुरसिखां दा लै लो, और इस तरह किनियां किनियां किरपा हुई। वो माझे एक पिंड है, वो पिंड का नाम है चंबल। उत्थे दे बजुर्ग एक सहसाई जी होए, जदों अमृत सरोवर की श्री तरनताਰਨ सेवा होंदी सी ना, उन्होंने अपने घरों ही रुखा मिसा भोजन ले आके छकना ते संगत ते बोझ नहीं बनना। बहुत सेवा की, जिन्हां जिन्हां ने सेवा कीतियां, भाई बहलो सब ते पहलो, मंझ प्यारा गुरु कोवर मंझ प्यारा, मंझ गुरु का बोथा जग लंघन हारा। जिमें जिमें सेवा निभाइयां महाराज ने उन्होंने वरदान दिते। कहने लगे भाई एक बजुर्ग आउंदे आ, वो लंगर पानी भी अपना ही छकदे आ, उठो। उन्होंने कहा भी शायद महाराज किहनूं कहंदे होणगे, उठिया ना। प्रेमी कहने लगे बजुर्गा तू उठदा क्यों नहीं? फिर उठे। महाराज कहते जी तू पहला बचन मनदा ना, जिन्हों तू बचन दिंदा उहदा कोड़ हट जाना सी। हुण तू तीया बचन मनिया, जिहड़ा तेरे पिंड च आएगा ना उन्होंने चंबल की बीमारी नहीं रहूगी। कहते महाराज तुसीं वर देई जाने, मैं गरीब आदमी हाँ ते लोग तो टोले बन बन के आई जाणगे ते मैं सेवा कित्थों करया करूँगा लंगर पानी दी। कहते जिहड़ा तेरे पिंड रोटी नहीं खाऊगा वही हटूगी। कहते महाराज फिर पानी धनी तो पिलाना ही पऊगा ना, गुड़ गड़ शक्कर घोल के। कहते जिहड़ा गुड़ शक्कर आप लियाऊगा वही हटूगी। वो पिंड का इन्ना चंबल है, उत्थे जिन्होंने बीमारी हटती ਸਰੋਵ ਨਹਾਉਂਦੇ ਆ, ਰਾਖ ਦੇ ਦਿੰਦੇ। ਅੱਜ भी बिल्कुल प्रताख्या, क्यों जिन सेवा की, जिन सेव्या तिन पाया मान, नानक आविया गुण निधान। गल संगत जी बचन दी है। हुणे महापुरुष ने कीर्तन किया, बचन उत्ते शब्द पढ़े। एक महापुरख होए धौम ऋषि जी, उन्हों का चेला उपमन्यु सी। अगे पुराने साधु 12 साल गाइयां चारण लाउणा, होर सेवा करनी, परीक्षा करनी, उन्होंने पुन बना के हिरदा शुद्ध करके फिर बख्शिश करनी। अगे जंगल भी आम होंदे सी, अजकल वो भी हुण कमी हो गई है, फिरांदा रहियां नहीं। ते साध संगत जी सेवा करना। कहने लगे मनु कित्थों खाना? कहते महाराज आप जी के लंगर चो छक लईदा। कहते नहीं, बंद करता। कहते हुण, कहते जिले बछड़े दुध चुंग छड्डदे आ ना ते थणा नूं बड़ी झग लगी हुंदी है, मैं वो ला के खा लैना। वो परख सी, वो कहते वे ये भी नहीं।
ਹੁਣ ਅਕਸਰ ਨੌਜਵਾਨ ਨੂੰ ਭੁੱਖ ਤਾਂ ਲੱਗਦੀ ਭੁੱਖ ਲੱਗੀ, ਇਹ ਤਾਂ ਕਿਹਾ ਨਹੀਂ ਵੀ ਗਾਈਆਂ ਚਾਰਨ ਨਹੀਂ ਜਾਣਾ, ਜਾਂਦਾ ਹੈ। ਉਹ ਆਖਦੇ ਜਿਹੜੇ ਡੋਡੀਆਂ ਆਈਆਂ ਹੋਣੀਆਂ ਉਹ ਖਾ ਲਈਆਂ। ਉੱਥੇ ਇੱਕ ਬੋੜਾ ਜਿਹਾ ਖੂਹ ਵੜ ਗਿਆ, ਉਹ ਹੁਣ ਜ਼ਹਿਰ ਅੱਖਾਂ ਦੀ ਜੋਤ ਚਲ ਗਈ। ਗਾਈਆਂ ਮੁੜ ਕੇ ਆ ਗਈਆਂ, ਉਹ ਆਇਆ ਨਹੀਂ। ਉਹਨੇ ਕਿਹਾ ਪਤਾ ਨਹੀਂ ਉਹਦਾ ਲੰਗਰ ਪਾਣੀ ਬੰਦ ਕਰ ਦਿੱਤਾ, ਗੁੱਸੇ ਹੋ ਕੇ ਹਟ ਗਿਆ, ਆਇਆ ਨਹੀਂ, ਕਿੱਥੇ ਚਲੇ ਗਿਆ। ਉਹ ਜੰਗਲ ਚਲੇ ਗਏ। ਉੱਥੇ ਰਿਸ਼ੀ ਜੀ ਬਾਜਾਂ ਮਾਰਦੇ, ਅਪਮੰਨੂ ਅਪਮੰਨੂ ਅਪਮੰਨੂ। ਕਹਿੰਦੇ ਹਾਂ ਗੁਰੂ ਜੀ। ਕਹਿੰਦੇ ਕਿੱਥੇ ਆ? ਕਹਿੰਦੇ ਮਹਾਰਾਜ ਖੂਹ ਵਿੱਚ। ਕਹਿੰਦੇ ਇੱਥੇ ਕੀ ਕਰਦਾ? ਕਹਿੰਦੇ ਮਹਾਰਾਜ ਇੱਥੇ ਭਜਨ ਕਰੀ ਜਾਂਦਾ। ਕਹਿੰਦੇ ਬਾਹਰ ਆ ਜਾ। ਕਹਿੰਦੇ ਮਹਾਰਾਜ ਅੱਖਾਂ ਦੀ ਜੋਤ ਹੈ ਨਹੀਂ। ਕਹਿੰਦੇ ਉਹ ਕਿਵੇਂ? ਕਹਿੰਦੇ ਤੁਸੀਂ ਲੰਗਰ ਪਾਣੀ ਸਾਰਾ ਬੰਦ ਕਰਤਾ ਸੀ, ਮੈਂ ਅੱਖ ਦੀਆਂ ਡੋਡੀਆਂ ਖਾ ਲਈਆਂ ਤੇ ਅੱਖਾਂ ਦੀ ਜੋਤ ਚਲ ਗਈ। ਕਹਿੰਦੇ ਅੱਛਾ ਤੂੰ ਬਚਨ ਕਮਾਇਆ? ਉਹਨੇ ਉਸ ਵੇਲੇ ਅਸ਼ਮਨੀ ਕੁਮਾਰਾਂ ਨੂੰ ਚੇਤੇ ਕੀਤਾ, ਉਹ ਦੇਵਤਿਆਂ ਦੇ ਵੈਦ ਆ। ਉਹਨੇ ਅੰਮ੍ਰਿਤ ਛਿੜਕਿਆ, ਅੱਖਾਂ ਦੀ ਜੋਤ ਆ ਗਈ। ਕਹਿੰਦੇ ਤੈਂ ਬਚਨ ਮੰਨਿਆ, ਲੈ ਤੈਨੂੰ ਇੱਕ ਅੱਖ ਹੋਰ ਦਿੰਦੇ ਗਿਆਨ ਦਾ ਨੇਤਰ। ਕਹਿੰਦੇ ਜਿੱਥੇ ਵੀ ਕਰੋੜਾਂ ਬ੍ਰਹਮੰਡ ਖੰਡਿਆ, ਤੈਨੂੰ ਸਾਰਾ ਕੁਝ ਨਜ਼ਰ ਆਇਆ ਕਰੂ, ਜਿਵੇਂ ਹੱਥ ਤੇ ਪਿਆ ਔਲਾ। ਇਹ ਬਚਨ ਦੀ ਬਰਕਤ ਹੈ। ਇਸ ਵਾਸਤੇ ਸਾਰੀ ਸੰਗਤ ਨੇ ਗੁਰੂ ਨਾਨਕ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਸੰਗਤ 'ਚ ਜੋ ਬਚਨ ਹੋਏ ਤੁਸੀਂ ਸਾਰਿਆਂ ਨੇ, ਸਰਪੰਚ ਸਾਹਿਬ ਵੀ, ਮੈਂਬਰ ਸਾਹਿਬਾਨ, ਸਾਰੇ ਸੇਵਾਦਾਰ, ਸਾਰੀਆਂ ਸਮੁੱਚੇ ਰੂਪ ਸੰਗਤਾਂ, ਉਸ ਬਚਨ ਨੂੰ ਤੁਸੀਂ ਮੰਨਿਆ ਔਰ ਬੜੇ ਪਿਆਰ ਦੇ ਨਾਲ ਇਹ ਜਪ ਜਗ ਹੋਇਆ। ਤੇ ਨਾਲ ਅੰਨ ਦਾ ਛੇਤਰ ਇਹ ਵੀ ਜਗ ਹੋਇਆ। ਨਾਲ ਨਾਲ ਬੇਜਵਾਨਿਆਂ ਵਾਸਤੇ ਵੀ ਦਾਣਾ ਪੱਠਾ ਨੀਰਾ ਚਾਰਾ। ਨਾਲ ਨਾਲ ਫਿਰ ਕਥਾ ਕੀਰਤਨ ਗਿਆਨ ਜਗ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ। ਔਰ ਹੁਣ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਅਸੀਂ ਕਲਯੁਗੀ ਜੀਵ ਹਾਂ, ਸਾਨੂੰ ਇੰਨੀ ਸੋਝੀ ਨਹੀਂ, ਸਮੱਤ ਨਹੀਂ, ਅਸੀਂ ਪੈਰ ਪੈਰ ਤੇ ਭੁੱਲਾਂ ਕਰਦੇ ਹਾਂ। ਆਪ ਕਿਰਪਾ ਕਰਕੇ ਸਾਡੇ ਗੁਨਾਹਾਂ ਪਾਪਾਂ ਨੂੰ ਨਾ ਚਿਤਾਰਦੇ ਹੋਏ, ਜੇ ਕੋਈ ਸਾਡਾ ਖੋਟਾ ਕਰਮ ਆਇਆ ਤੇ ਸਾਨੂੰ ਮਾਫ ਕਰੋ। ਜਿਹੜੀ ਸਾਡੇ ਨਗਰ ਵਿੱਚ ਸਾੜ ਸਤੀ ਆਈ ਹੈ, ਦੂਰ ਕਰੋ, ਬਖਸ਼ਿਸ਼ ਕਰੋ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਔਰ ਕਿਰਪਾ ਕਰਕੇ ਬਖਸ਼ੋ। ਹਮ ਪਾਪੀ ਬੜ ਗੁਨੇਵਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਇਸ ਵਾਸਤੇ ਮਹਾਰਾਜ ਦੇ ਚਰਨਾਂ 'ਚ ਹੁਣ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਜਿੰਨਾ ਵੀ ਪੁੰਨਮਈ ਕਰਮ ਕੀਤਾ, ਇਹਦੀ ਸਫਲਤਾ ਲਈ ਅਰਦਾਸ ਕਰਨੀ ਹੈ। ਤੇ ਜਿਹੜਾ ਕੋਈ ਸਾਡਾ ਹੀਣਾ ਕਰਮ ਸੀ, ਪਾਪਮਈ ਕਰਮ ਸੀ, ਉਹਦੀ ਨਿਵਰਤੀ ਮੁਆਫੀ ਵਾਸਤੇ ਵੀ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਗਰੀਬ ਨਵਾਜ, ਜੇ ਭੁੱਲੀ ਜੇ ਚੁੱਕੀ ਸਾਈਂ, ਪੀਤ ਇੰਜੀ ਕਾਢੀਆ। ਜਿਨ੍ਹਾਂ ਨੇ ਉਦੋਂ ਜਾਣੇ ਲੱਗਾ, ਧੂਰ ਮਰਾਓ ਸੇ ਬਾਢੀਆ। ਹੋਣਾ ਛੋਡੋ ਕੰਥ। ਇਸ ਕਰਕੇ ਅਸੀਂ ਤੇਰੇ ਚਰਨਾਂ ਦੀ ਟੇਕ ਨਾ ਛੱਡੀਏ। ਤੁਸੀਂ ਸਾਡੇ ਆਸਰਾ ਸੁਖ। ਹੋਣਾ ਛੋਡੋ ਕੰਤ ਆਸਰਾ, ਸਦਾ ਰੰਗੀਲਾ ਲਾਲ ਪਿਆਰਾ। ਇਹ ਮਿਹੰਜਾ ਆਸਰਾ ਹੈ। ਇਸ ਕਰਕੇ ਇੱਕ ਤਾਂ ਮਾਤਾ ਪਿਤਾ ਜੀ ਸ਼ਰਨ ਆ, ਉਹ ਹਰ ਥਾਂ ਸਮਰੱਥ ਨਹੀਂ ਹੁੰਦੇ, ਲੰਗਰ ਪਾਣੀ ਬਸਤਰ ਜਾਂ ਹੋਰ ਸਹਾਇਤਾ ਕਰਦੇ ਆ। ਬਿਮਾਰੀ ਆ ਜਾਏ, ਹਕੀਮਾਂ ਡਾਕਟਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ।
कई बारी कोई मानसिक रोग, उत्थे भी फिर बाणी नाम बाणी का आसरा, साधु संतां की सिक्ख्या। फिर जमा दे भै की निवृत्ति, जमन मरण तो ये गुरु परमेश्वर का आसरा लेना पैंदा। राजे का आसरा देवी देवतियों का और परमेश्वर का। और जो फिर कोई आसरा न रहे, जाको मुश्किलात बने टोई कोई न दे, लागू है दुश्मन साग पे भज कले, सबो भजै आसरा चुकै सो सराओ, चेत आवे उस पार ब्रह्म तां लगे ना गलती। ते बाकी जिन्नी संगत आई है, ਜਿਹੜੇ ਤਾਂ ਗੁਰਮੁਖੀ पढ़ लेंदे ਆ, ਉਹ 1 महीने ਲਈ 13 श्री जपजी ਸਾਹਿਬ रोज़ करो। ਤੇ ਜਿਹੜੇ फिर घट आ, वो 5 माला उसी भी साजतें मूल मंत्र दियां कर लियो। ते ਜਿਹੜੇ बिल्कुल अनपढ़ आ, वो 1.5 घंटा सवेरे, घंटा शाम नूं सतनाम श्री वाहिगुरू जप लियो, जां ਜਿਹੜਾ भी रब का नाम तुहानूं प्यारा लगता वो कर लियो। ये भी असीं नहीं कहते भी क्यों परमेश्वर के नाम बेअंत है। त्वै सर्वनाम कथा कर्म नाम वरणत सुमत। ਜਿਹੜੇ धर्म ਨੂੰ कोई ਮੰਨਦਾ उस ढंग ਨਾਲ ਉਹਦਾ नाम जप लियो। गुरसिखां वास्ते इस तरह ही है, वाहिगुरू गुर मंत्र है जप मैं खोई। सो महाराज ने बहुत किरपा की है, बख्शिश की है। हुण सारियां संगतां ने रल मिल के गुरु महाराज चरणों च अरदास बेनती करनी है कि ये जाप जो तुहाडे घरां च आ जाएगा ना, फिर दुख रोग संताप उतरे, सुनी सच्ची बाणी। घरां दे जिहड़े दुख दलिद्र न, वो भी सारे दूर होणगे। गुरु घर कीता, ये घरां च भी जाप करियो ते महाराज मेहर करनगे। हुण आपां सारे रल मिल के सारे समागम की संपूर्णता ते महाराज चरनां च समागम की सफलता लई अरदास करके गुरु महाराज अगे झोली अड्ड के ये दात मंगीए कि महाराज साड़ियां भुलां बख्शो, समत बख्शो, साडे पुण्य कर्म बनाओ, साडा सारियां दा भला तुहाडे चरनां दी प्रीति तुहाडे चरनां नाल बन आवे। ये अरदास करनी है। इन्नियां बेनतियां करदे हुए बाबा जी दा, नगर पंचायत दा, सारियां संगतां दा, ग्रंथी सिंघां दा भी समुचे रूप में जिन्हें लंगरां की सेवा की है हर पक्ष तो सारियां दा जी बहुत बहुत धन्नवाद है। महाराज मेहर करन, आप सारियां नूं चढ़दी कला, नामदान, सिक्खीदान, भरोसा, तंदुरुस्ती बख्शिश करन। खालसा पंथ विच एकता इतफाक प्यार बख्शिश करन। वाहिगुरू जी का खालसा, वाहिगुरू जी की महला तीजा। आनंद एक ओंकार सतगुर प्रसाद। आनंद पाया मेरी माए।